कि मैं ਇਹੋ ਕਹਿਣਾ ਚਾਹੁੰਦੀ ਕਿ सरकार ਸਾਰੇ ਦੇਖਣ ਪਲੇਅਰਾਂ ਨੂੰ ਕਿਤੇ ਮੋਟੀਵੇਟ ਹੁੰਦੇ ਕਿਤੇ ਨਹੀਂ ਹੋ ਰਹੇ ਅਸੀਂ कि कई गरीब घर दे कि नहीं गेम कर सकते तो क्योंकि जिन्ने चਿਰ गेम करांगे थोड़ी डाइट भी चाहिए आ ऐसी यो अपील है कि सरकार सानू डाइट दे खर्चा दे सकन। ਤੁਸੀਂ ਇਹਨਾਂ ਬੱਚਿਆਂ ਵੱਲ ਥੋੜਾ ਧਿਆਨ ਰੱਖੋ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪਹਿਲਵਾਨੀ ਹੈ ਜਿਹੜੀ ਯਾਨੀ ਕਿ ਨਸ਼ਿਆਂ ਦੇ ਵਿੱਚ ਡੁੱਬਦੀ ਜਾਏਗੀ। हाँ जी असी अपने को सारा खर्चा खुद कर स्टडी ते डाइट खुद ही गेम असी स्टडी अपना खर्चा खुद उठाते पे हैं हाल तक कोई भी सहायता नहीं हम दे रहा। सानू इत्थों तक कि कोई सानू पुछण भी नहीं आया भी तुहाडे जिहड़े मिसिस आ वो कित्थे रैसलिंग करते हैं की करते हैं किन्ना खर्चा आंदा जी। ਅਸੀਂ अपील है सरकार की प्लेयरां ਨੂੰ ਇੰਨਾ ਮੋਟੀਵੇਟ ਕਰਨ ਅਪ ਚੱਕਣ ਕਿ ਸਾਰੇ ਨਸ਼ਿਆਂ ਛੱਡ ਕੇ ਗੇਮਾਂ ਵੱਲ ਲੱਗਣ। ਇੱਕ ਪਾਸੇ ਦਾ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਵੇ। ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਹੁਣ ਖੇਡਾਂ ਦੇ ਵਿੱਚ ਆਪਣਾ ਰੁਖ ਕਰਦੇ ਨੇ ਪਰ ਆਖਿਰਕਾਰ ਖਿਡਾਰੀਆਂ ਦੀ ਸਾਰ ਕਦ ਪੰਜਾਬ ਸਰਕਾਰ ਲਵੇਗੀ। ਖਿਡਾਰੀਆਂ ਦੇ ਵੱਲ ਪੰਜਾਬ ਸਰਕਾਰ ਦੇ ਵੱਲੋਂ ਕਦ ਧਿਆਨ ਦਿੱਤਾ ਜਾਵੇਗਾ। ਨੌਜਵਾਨ ਲੜਕੇ ਤੇ ਲੜਕੀਆਂ ਖੇਡਾਂ ਦੇ ਵਿੱਚ ਉੱਚ ਪੱਧਰ ਤੇ ਮਿਹਨਤ ਕਰ ਖੇਡਾਂ ਦੀਆਂ ਬੁਲੰਦੀਆਂ ਨੂੰ ਛੂ ਰਹੇ ਨੇ। ਉਹਨਾਂ ਨੂੰ ਨੌਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਸੂਬਾ ਸਰਕਾਰ ਹੁਣ ਆਖਿਰਕਾਰ ਕਿੱਥੇ ਜਾ ਚੁੱਕੀ ਹੈ। ਵੱਡੇ ਵਾਅਦੇ ਤਾਂ ਕੀਤੇ ਜਾਂਦੇ ਨੇ ਪਰ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ। ਇਹ ਜਿਹੜੇ ਖਿਡਾਰੀ ਤੁਹਾਨੂੰ ਨਜ਼ਰ ਆ ਰਹੇ ਨੇ ਆਪਣੀ ਆਪ ਬੀਤੀ ਸੁਣਾ ਰਹੇ ਨੇ। ਉਹ ਦੱਸ ਰਹੇ ਨੇ ਕਿ ਕਿਵੇਂ ਸਰਕਾਰ ਦੀਆਂ ਘਟੀਆਂ ਪਾਲਿਸੀਆਂ ਦੇ ਚਲਦੇ ਨੌਜਵਾਨ ਪੀੜ੍ਹੀ ਦਾ ਖੇਡਾਂ ਦੇ ਵੱਲ ਰੁਖ ਘੱਟ ਹੁੰਦਾ ਜਾ ਰਿਹਾ ਹੈ। ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਹਨਾਂ ਖਿਡਾਰੀਆਂ ਦੇ ਵੱਲੋਂ ਸਰਕਾਰ ਦੇ ਉੱਤੇ ਕਿਹੜੇ ਦੋਸ਼ ਲਗਾਏ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਨਪ੍ਰੀਤ ਕੌਰ ਹੈ। ਮੈਂ ਬਲੌਂਗ ਡਿਸਟ੍ਰਿਕਟ ਤਰਨਤਾਰਨ ਤੋਂ ਬਲੌਂਗ ਕਰਦੀ ਹਾਂ। ਤਰਨਤਾਰਨ ਜਦੋਂ ਰਹਿੰਦੇ ਸੀ ਕਿੰਨੀ ਉਮਰ ਸੀ ਜਦੋਂ ਤੁਸੀਂ ਇਹ ਰੈਸਲਿੰਗ ਲਾਈਨ 'ਚ ਆਏ ਔਰ ਕਿਵੇਂ ਤੁਹਾਨੂੰ ਬਚਪਨ 'ਚ ਸ਼ੌਕ? ਮੇਰੇ ਦਾਦਾ ਜੀ ਰੈਸਲਿੰਗ ਦੇ ਪਲੇਅਰ ਸੀ, ਉਹ ਰੈਸਲਿੰਗ ਕਰਦੇ ਸੀ। ਉਹਨਾਂ ਉਦੋਂ ਉਮਰ ਮੇਰੀ 10 ਕੁ ਸਾਲ ਦੀ ਜਦੋਂ ਮੇਰੇ ਦਾਦਾ ਜੀ ਗੇਮ ਕਰਦੇ ਰਹੇ ਸੀ ਅਤੇ ਉਹਨਾਂ ਨੂੰ ਦੇਖ ਕੇ ਹੀ ਮੇਰਾ ਮਨ ਕਰ ਰਿਹਾ ਸੀ ਕਿ ਮੈਂ ਵੀ ਰੈਸਲਿੰਗ ਜੁਆਇਨ ਕਰਾਂ। ਬਟ ਜਦੋਂ ਮੈਂ 8th ਕਲਾਸ 'ਚ ਹੋ ਗਈ ਸੀ ਉਦੋਂ ਹੀ ਰੈਸਲਿੰਗ ਸਟਾਰਟ ਕੀਤੀ। ਜਦੋਂ ਮੈਂ 13 ਸਾਲ ਦੀ ਸੀ ਉਦੋਂ ਰੈਸਲਿੰਗ ਕਰਦੀ ਸੀ ਅਤੇ ਰੈਸਲਿੰਗ ਮੈਂ ਦਾਦਾ ਜੀ ਤੋਂ ਹੀ ਮੋਟੀਵੇਟ ਹੋਈ ਕਿ ਮੇਰੇ ਦਾਦਾ ਜੀ ਕਰਦੇ ਸੀ। ਉਹਨਾਂ ਨੂੰ ਦੇਖ ਕੇ ਹੀ ਮੇਰਾ ਮਨੋਰੰਜਨ ਹੋਇਆ ਸੀ ਕਿ ਮੈਂ ਰੈਸਲਿੰਗ ਕਰਾਂ ਅਤੇ ਉਹਨਾਂ ਨੂੰ ਦੇਖ ਕੇ 1 ਸਾਲ ਦੇ ਅੰਦਰ ਅੰਦਰ ਹੀ ਮੈਂ ਨੈਸ਼ਨਲ 'ਚ ਮੈਡਲਿਸਟ ਹੋਣ ਆ ਗਏ। ਮੇਰੇ ਕਾਫੀ ਮੈਡਲ ਆਉਣ ਬਹਿ ਗਏ ਨੈਸ਼ਨਲ 'ਚੋਂ ਅਤੇ ਕਿ ਡਿਸਟ੍ਰਿਕਟ ਸਟੇਟ ਲੈਵਲ ਨੈਸ਼ਨਲ ਲੈਵਲ ਜਿੱਥੇ ਵੀ ਟੂਰਨਾਮੈਂਟ ਹੁੰਦੇ ਸੀ ਅਸੀਂ ਉੱਥੇ ਹੀ ਜਾਂਦੇ ਹੁੰਦੇ ਸੀ। ਉੱਥੇ ਟੂਰਨਾਮੈਂਟ ਲੜਦੇ ਸੀ, ਪਲੇਅ ਕਰਦੇ ਸੀ, ਕਰਕੇ ਮੈਡਲ ਜਿੱਤ ਪ੍ਰਾਪਤ ਕਰਦੇ ਸੀ। ਅਤੇ ਜੋ ਕਿ ਮੇਰਾ 2016 'ਚ ਹੀ ਮੈਰਿਜ ਹੋ ਗਈ ਮੇਰੀ ਗਗਨਦੀਪ ਸਿੰਘ ਜੋਸਨ ਜੋ ਕਿ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ, ਉਹਨਾਂ ਨਾਲ ਮੇਰੀ ਮੈਰਿਜ ਹੋ ਗਈ ਆ। ਅਤੇ 17 'ਚ ਹੀ ਮੇਰਾ ਬੇਬੀ ਹੋ ਗਿਆ ਸੀ ਜੋ ਕਿ ਵੱਡੇ ਆਪਰੇਸ਼ਨ ਹੋਇਆ ਸੀ। ਅਤੇ 18 'ਚ ਹੀ ਮੇਰਾ ਜੂਨੀਅਰ ਨੈਸ਼ਨਲ 'ਚੋਂ ਮੈਡਲ ਆ ਗਿਆ, ਬ੍ਰਾਊਨਸ ਮੈਡਲ ਆ ਗਿਆ ਸੀ। ਅਤੇ ਹੁਣ ਲੇਟੈਸਟ ਮੈਡਲ ਮੇਰਾ ਸੀਨੀਅਰ ਨੈਸ਼ਨਲ ਜੋ ਕਿ ਜਲੰਧਰ PAP ਪੰਜਾਬ ਵਿਖੇ ਹੋ ਰਹੀ ਸੀ ਉਹ 'ਚ ਮੇਰਾ ਬ੍ਰਾਊਨਸ ਮੈਡਲ ਹੈ। ਅਤੇ ਭੁਵਨੇਸ਼ਵਰ ਆਲ ਇੰਡੀਆ ਯੂਨੀਵਰਸਿਟੀ ਭੁਵਨੇਸ਼ਵਰ ਮੇਰਾ ਸਿਲਵਰ ਮੈਡਲ ਹੈ। ਅਤੇ ਕਾਫੀ ਇੱਦਾਂ ਮੈਡਲ ਪ੍ਰਾਪਤ ਕੀਤੇ ਹੋਏ ਮੈਂ ਕਿ ਜੋ ਕਿ ਮੈਂ ਇਹੋ ਕਹਿਣਾ ਚਾਹੁੰਦੀ ਕਿ ਸਰਕਾਰ ਸਾਰੇ ਦੇਖਣ ਪਲੇਅਰਾਂ ਨੂੰ ਕਿਤੇ ਮੋਟੀਵੇਟ ਹੁੰਦੇ ਕਿਤੇ ਨਹੀਂ ਹੋ ਰਹੇ। ਅਸੀਂ ਸਰਕਾਰਾਂ ਵੱਲੋਂ ਕੀ ਸਹਿਯੋਗ ਕੀ ਦਿੱਤਾ ਜਾ ਰਿਹਾ ਤੁਹਾਨੂੰ? ਜਿਵੇਂ ਸਪੋਰਟਸ ਮੰਤਰੀ ਕਹਿੰਦੇ ਨੇ ਅਸੀਂ ਖਿਡਾਰੀਆਂ ਨੂੰ ਬਹੁਤ ਕੁਝ ਦੇ ਰਹੇ ਹਾਂ। ਸਰਕਾਰਾਂ ਵੱਲੋਂ ਹਾਲੇ ਕੋਈ ਸਹਿਯੋਗ ਨਹੀਂ ਮਿਲਿਆ ਸਾਨੂੰ ਕਿ ਅਸੀਂ ਕਹਿ ਸਕੀਏ ਕਿ ਸਰਕਾਰ ਨੇ ਸਾਡੇ ਲਈ ਇਹ ਕੀਤਾ ਉਹ ਕੀਤਾ। ਹਾਲੇ ਕੋਈ ਨਹੀਂ ਇੱਦਾਂ ਦਿੱਤਾ, ਨਾ ਕਿ ਸਾਡੇ MLA ਨਾ MC ਕਿਸੇ ਨੇ ਵੀ ਨਹੀਂ ਕੋਈ ਸਹਿਯੋਗ ਦਿੱਤਾ। ਅਸੀਂ ਇਹੋ ਚਾਹੁੰਦੇ ਹਾਂ ਕਿ ਜਿਹੜਾ ਐਥਲੀਟਸ ਹੁੰਦਾ ਨਾ ਉਹਨਾਂ ਲਈ ਹਰ ਕੋਈ MLA MC ਕੀ ਮੋਟੀਵੇਟ ਕਰੇ ਕਿ ਅੱਗੇ ਵੱਧ ਸਕੇ ਉਹ ਕਿ ਗੇਮ ਕਰਨ ਜੋਗੇ, ਕਿਉਂਕਿ ਗੇਮ ਕਰੀਏ ਤਾਂ ਪੈਸੇ ਕਾਫੀ ਲੱਗਦੇ ਨੇ। ਸਟੱਡੀ ਗੇਮ ਦੋਨੇ ਕੰਟੀਨਿਊ ਚੱਲ ਰਹੀ ਹੈ। ਅਸੀਂ ਆਪਣੇ ਬੇਸ 'ਤੇ ਹੀ ਚੱਕ ਕਰ ਰਹੇ ਹਾਂ ਗੇਮ ਸਟੱਡੀ। ਪਰ ਇਹ ਅਸੀਂ ਅਪੀਲ ਹੈ ਸਾਡੀ ਕਿ ਸਰਕਾਰ ਸਾਨੂੰ ਕੀ ਮੋਟੀਵੇਟ ਕਰੇ, ਕੁਛ ਸਹਾਇਤਾ ਕਰੇ ਸਾਡੇ ਕਿ ਪਲੇਅਰਾਂ ਦੀ ਕਿ ਕਈ ਗਰੀਬ ਘਰ ਦੇ ਕਿ ਨਹੀਂ ਗੇਮ ਕਰ ਸਕਦੇ ਅਤੇ ਕਿਉਂਕਿ ਜਿੰਨੇ ਚਿਰ ਗੇਮ ਕਰਾਂਗੇ ਥੋੜੀ ਡਾਈਟ ਵੀ ਚਾਹੀਦੀ ਆ। ਅਸੀਂ ਇਹੋ ਅਪੀਲ ਆ ਕਿ ਸਰਕਾਰ ਸਾਨੂੰ ਡਾਈਟ 'ਤੇ ਖਰਚਾ ਦੇ ਸਕਣ ਤਾਂ ਅਦਰਵਾਈਜ਼। ਔਰ ਦੇਸ਼ ਦਾ ਤੁਸੀਂ ਕਿਸ ਤਰ੍ਹਾਂ ਨਾਮ ਉੱਚਾ ਕਰਨਾ ਸੀਗਾ? ਠੀਕ ਹੈ
ਅਸੀਂ ਚਾਹੁੰਦੇ ਹਾਂ, ਅਸੀਂ ਰੈਸਲਿੰਗ ਦੇ ਬੇਸ ਤੇ ਹੀ ਨਾਮ ਉੱਚਾ ਕਰਨਾ ਚਾਹੁੰਦੇ ਹਾਂ ਦੇਸ਼ ਦਾ, ਕਿ ਅਸੀਂ ਆਪਣਾ ਦੇਸ਼ ਅੱਗੇ ਤੋਂ ਅੱਗੇ ਵਧੀਏ, ਕਿ ਨਸ਼ਿਆਂ ਤੋਂ ਦੂਰ ਹੋ ਕੇ ਤੇ ਅਸੀਂ ਆਪਣੀ ਗੇਮ ਵੱਲ ਧਿਆਨ ਦੇਈਏ, ਗੇਮ ਵੱਲ ਲੱਗੀਏ। ਬਟ ਇਹ ਹੈ ਕਿ ਡਾਈਟ ਨਾ ਹੋਣ ਕਾਰਨ ਕਿ ਉਹ ਕਈ ਪਲੇਅਰ ਛੱਡ ਚੁੱਕੇ ਨੇ ਗੇਮ, ਤੇ ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਨੂੰ ਅਪੀਲ ਹੈ ਕਿ ਸਰਕਾਰ ਡਾਈਟ ਪ੍ਰੋਪਰ ਦੇ ਸਕੇ ਸਾਡੀ ਸਾਰਿਆਂ ਨੂੰ, ਕਿ ਅਸੀਂ ਗਾਂਹ ਵਧੀਆ, ਇੰਡੀਆ ਨਾਮ ਰੋਸ਼ਨ ਕਰੀਏ ਆਪਦਾ। ਕੋਈ ਤੁਸੀਂ ਕਿੰਨੀਆਂ ਕੁ ਸ਼ੀਲਡਾਂ ਜਿਹੜੀਆਂ ਪ੍ਰਾਪਤ ਕੀਤੀਆਂ ਨੇ? ਮਤਲਬ ਮੈਂ ਕਾफ़ੀ ਸ਼ੀਲਡ ਪ੍ਰਾਪਤ ਕੀਤੀਆਂ ਨੈਸ਼ਨਲ 'ਚੋਂ, ਮਤਲਬ ਕਿ ਸ਼ੀਲਡ ਮੈਡਲਸ, ਪੰਜਾਬ ਕੁਮਾਰੀ, ਪੰਜਾਬ ਕੇਸਰੀ, ਭਾਰਤ ਕੁਮਾਰੀ ਟਾਈਟਲ, ਕਾफ़ੀ ਟਾਈਟਲ ਨੇ ਮੇਰੇ ਤੋਂ, ਜੋ ਕਿ ਸਰਕਾਰ ਨੂੰ ਮੈਂ ਦਿਖਾਉਣਾ ਚਾਹੁੰਦੀ ਹਾਂ ਕਿ ਸਰਕਾਰ ਦੇਖੇ, ਕਿ ਸਾਨੂੰ ਦੇਖੇ ਕਿ ਅਸੀਂ ਇਹ ਪਲੇਅਰ ਵਰਕ ਕਰ ਰਹੇ ਨੇ, ਇਹਨਾਂ ਨੂੰ ਮੋਟੀਵੇਟ ਕਰੀਏ ਅਸੀਂ, ਕਿਉਂਕਿ ਡਾਈਟ ਹੋਊਗੀ ਤਾਂ ਮੋਟੀਵੇਟ ਹੋਵਾਂਗੇ ਅਸੀਂ, ਜੇ ਡਾਈਟ ਨਹੀਂ ਹੋਊਗੀ ਅਸੀਂ ਨੀਚੇ ਆਵਾਂਗੇ। ਅਸੀਂ ਇਹ ਚਾਹੁੰਦੇ ਹਾਂ ਕਿ ਸਰਕਾਰ ਗਾੜੀ, ਕਿ ਸਰਕਾਰ ਹਰ ਇੱਕ ਪਲੇਅਰ ਖੁਦ ਖਰਚਾ ਕਰਕੇ ਕਰਦੇ ਹੋ ਜਾਂ? ਹਾਂਜੀ, ਅਸੀਂ ਆਪਣੇ ਕੋਲ ਸਾਰਾ ਖਰਚਾ ਖੁਦ ਕਰ, ਸਟੱਡੀ ਤੇ ਡਾਈਟ ਖੁਦ ਹੀ, ਗੇਮ ਅਸੀਂ ਸਟੱਡੀ ਆਪਣਾ ਖਰਚਾ ਖੁਦ ਉਠਾਉਂਦੇ ਪਏ ਹਾਂ। ਹਾਲੇ ਤੱਕ ਕੋਈ ਵੀ ਸਹਾਇਤਾ ਨਹੀਂ ਸਾਨੂੰ ਦੇ ਰਿਹਾ। ਅੱਛਾ, ਆਮ ਜਨਤਾ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਨਸ਼ਿਆਂ ਦੇ ਵਿੱਚ ਆ ਚੁੱਕੇ ਨੇ? ਅਸੀਂ ਇਹੋ ਚਾਹੁੰਦੇ ਹਾਂ ਕਿ ਨਸ਼ੇ ਛੱਡੋ, ਖੇਡਾਂ ਵੱਲ ਲੱਗੋ। ਅਸੀਂ ਇਹ ਅਪੀਲ ਹੈ ਸਰਕਾਰ ਨੂੰ, ਸਰਕਾਰ ਕਿ ਪਲੇਅਰਾਂ ਨੂੰ ਇੰਨਾ ਮੋਟੀਵੇਟ ਕਰਨ, ਅੱਪ ਚੱਕਣ ਕਿ ਸਾਰੇ ਨਸ਼ਿਆਂ ਛੱਡ ਕੇ ਗੇਮਾਂ ਵੱਲ ਲੱਗਣ। ਹਰ ਇੱਕ ਐਥਲੀਟਸ ਹੋਵੇ ਕਿ ਉਹਨੂੰ ਇਹ ਫੀਲ ਹੋਵੇ ਕਿ ਡਾਈਟ ਪ੍ਰੋਪਰ ਮਿਲ ਰਹੀ ਹੈ, ਗੇਮ ਪ੍ਰੋਪਰ ਹੋ ਰਹੀ ਹੈ, ਸਾਡਾ ਮਨੋਰੰਜਨ ਕਾਫੀ ਹੋ ਰਿਹਾ ਹੈ ਕਿ ਆਹ ਚੀਜ਼ 'ਤੇ ਅਸੀਂ ਡਾਈਟ 'ਤੇ ਮਿਲ ਰਹੀ ਹੈ, ਸਰਕਾਰ ਵੱਲ ਖਾ ਰਹੇ ਹਾਂ ਸਾਰਾ ਕੁਛ, ਕਿ ਅਸੀਂ ਪੰਜਾਬ ਦਾ ਨਾਮ, ਇੰਡੀਆ ਨਾਮ ਰੋਸ਼ਨ ਕਰ ਰਹੇ ਹਾਂ। ਬਸ ਇਹੋ ਚਾਹੁੰਦੇ ਹਾਂ, ਅਪੀਲ ਆ ਕਿ ਨਸ਼ੇ ਛੱਡੋ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਗਗਨਦੀਪ ਸਿੰਘ ਹੈ ਜੀ, ਤੇ ਮੈਂ ਫਿਰੋਜ਼ਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦਾ ਜੀ। ਤੇ ਮੇਰੀ ਵਾਈਫ ਹੈ ਜੀ ਮਨਪ੍ਰੀਤ ਕੌਰ, ਜੋ ਕਿ ਪਿਛਲੇ ਕੁਝ ਸਾਲਾਂ ਤੋਂ ਕੁਸ਼ਤੀ ਦੇ ਨਾਲ ਰਿਲੇਟਡ ਹੈ ਜੀ। ਤੇ 2016 ਦੇ ਵਿੱਚ ਮੇਰੀ ਮੈਰਿਜ ਉਹਦੇ ਨਾਲ ਹੋਈ ਸੀ, ਤੇ ਉਸ ਤੋਂ ਬਾਅਦ 2017 ਦੇ ਵਿੱਚ ਉਹਦੇ ਘਰ ਵੱਡੇ ਆਪਰੇਟ ਨਾਲ ਬੇਬੀ ਹੋਇਆ ਜੀ। ਫਿਰ ਅਸੀਂ ਕੁਸ਼ਤੀ ਨਾਲ ਰਿਲੇਟਡ ਸੀ, ਫਿਰ ਸਾਡੇ ਦਿਮਾਗ ਵਿੱਚ ਇਹ ਕਿ ਇਹਨੂੰ ਕੁਸ਼ਤੀ ਨਾਲ ਹੋਰ ਰਿਲੇਟਡ ਰੱਖੀਏ, ਜਿਸ ਦੇ ਕਰਕੇ ਨਾ ਆਉਣ ਵਾਲਾ ਸਮਾਂ, ਜਿਹੜਾ ਆਉਣ ਵਾਲਾ ਫਿਊਚਰ ਹੈ ਜਿਹੜਾ ਉਹ ਬਿਲਕੁਲ ਸਿਕਿਉਰ ਹੋਵੇ, ਵਧੀਆ ਹੋ ਜਾਵੇ ਜੀ। ਉਸ ਤੋਂ ਬਾਅਦ 2018 ਦੇ ਵਿੱਚ ਇਸ ਨੇ ਫਿਰ ਅੰਡਰ 23 ਦੇ ਵਿੱਚ ਕੁਸ਼ਤੀ ਕਰਕੇ ਪ੍ਰੈਕਟਿਸ ਕਰਕੇ ਵਧਿਆ। 2018 ਦੇ ਵਿੱਚ ਅੰਡਰ 23 ਰਾਜਸਥਾਨ ਦੇ ਵਿੱਚ ਨੈਸ਼ਨਲ ਹੋਈ ਸੀ ਜੀ, ਉਸ ਵਿੱਚ ਇਸ ਨੇ ਤੀਸਰਾ ਸਥਾਨ ਹਾਸਲ ਪ੍ਰਾਪਤ ਕੀਤਾ ਸੀ ਜੀ। ਤੇ 2019 ਦੇ ਵਿੱਚ ਇਸ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਭਵਾਨੀ ਵਿਖੇ ਸਿਲਵਰ ਮੈਡਲ ਹਾਸਲ ਕੀਤਾ ਜੀ। ਤੇ ਉਸ ਤੋਂ ਬਾਅਦ PAP ਜਲੰਧਰ ਵਿਖੇ ਸੀਨੀਅਰ ਨੈਸ਼ਨਲ, ਜੋ ਕਿ ਆਪਣੇ ਪੂਰੇ ਹਿੰਦੁਸਤਾਨ ਦਾ ਸਾਰਿਆਂ ਨਾਲੋਂ ਵੱਡਾ ਸਟੇਜ ਪਲੇਟਫਾਰਮ ਹੁੰਦਾ ਹੈ ਸੀਨੀਅਰ ਨੈਸ਼ਨਲ ਦਾ ਸਪੋਰਟਸ ਦੇ ਵਿੱਚ, ਜਿੱਥੇ ਤੱਕ ਕਿ ਸੁਸ਼ੀਲ ਕੁਮਾਰ, ਵਿਨੇਸ਼ ਫੋਗਾਟ ਵਰਗੇ ਵੀ ਉੱਥੇ ਯਾਨੀ ਕਿ ਕੰਪੀਟੀਸ਼ਨ ਵਿੱਚ ਹਿੱਸਾ ਲੈਣ ਆਉਂਦੇ ਆ ਜੀ। ਉਸ ਵਿੱਚ ਇਸ ਨੇ 53 ਕਿਲੋ ਵਜਨ ਦੇ ਵਿੱਚ ਤੀਸਰਾ ਸਥਾਨ ਹਾਸਲ ਯਾਨੀ ਕੀਤਾ ਜੀ। ਉਸ ਤੋਂ ਬਾਅਦ ਫਿਰ ਇਸ ਨੇ ਭੁਵਨੇਸ਼ਵਰ ਵਿਖੇ ਸਿਲਵਰ ਮੈਡਲ ਆਲ ਇੰਡੀਆ ਜਿਹੜੀਆਂ ਖੇਲੋ ਯੂਨੀਵਰਸਿਟੀ ਹੋਈਆਂ ਸੀ ਉਹਦੇ ਵਿੱਚ ਇਸ ਨੇ ਦੂਸਰਾ ਸਥਾਨ ਹਾਸਲ ਕੀਤਾ ਜੀ। ਇਸ ਤੋਂ ਬਾਅਦ ਸਾਡੀ ਸਰਕਾਰ ਨੇ ਸਾਡੀ ਕੋਈ ਵੀ ਬਾਂਹ ਨਹੀਂ ਫੜੀ, ਜਦ ਕਿ ਆਪਣੇ ਫਿਰੋਜ਼ਪੁਰ ਸ਼ਹਿਰ, ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਇੱਕ ਇਹ ਹੀ ਮਨਪ੍ਰੀਤ ਕੌਰ ਆ, ਜਿਸ ਨੇ ਪਹਿਲਵਾਨੀ ਦੇ ਵਿੱਚ ਆਪਣੇ ਡਿਸਟ੍ਰਿਕਟ ਦਾ, ਆਪਣੇ ਜ਼ਿਲ੍ਹੇ ਦਾ, ਆਪਣੇ ਸਟੇਟ ਦਾ ਨਾਮ ਰੋਸ਼ਨ ਕੀਤਾ ਜੀ। ਹੁਣ 2016 ਤੋਂ ਬਾਅਦ 2020 ਚੱਲ ਪਿਆ ਜੀ, 20 ਯਾਨੀ ਕਿ ਖਤਮ ਹੋਣ ਵਾਲੀ ਹੈ ਜੀ, ਅੱਧਾ ਲੰਘ ਗਿਆ ਜੀ। ਸਾਨੂੰ ਅੱਜ ਤੱਕ ਕਿਸੇ ਵੀ MC, MLA ਜਾਂ MP, ਜਿਹੜੇ MP ਆਪਣੇ ਹੁੰਦੇ ਆ ਜੀ, ਸਾਨੂੰ ਕਿਸੇ ਨੇ ਵੀ ਕੋਈ ਵੀ ਸਪੋਰਟ ਨਹੀਂ ਕੀਤੀ ਜੀ। ਕੋਈ ਕੁਛ ਵੀ 1 ਰੁਪਈਆ ਛੱਡੋ, ਕੋਈ ਸਾਨੂੰ ਇਹ ਨਹੀਂ ਕਿ ਚੱਲ ਬੱਚਾ ਸਾਡੇ ਸ਼ਹਿਰ ਦਾ ਹੈਗਾ ਜੀ, ਅਸੀਂ ਉਸਨੂੰ ਕੁਛ ਨਾ ਕੁਛ ਕੋਈ ਡਾਈਟ ਲੈ ਕੇ ਦੇ ਦਈਏ। ਸਾਨੂੰ ਇੱਥੋਂ ਤੱਕ ਕਿ ਕੋਈ ਸਾਨੂੰ ਪੁੱਛਣ ਵੀ ਨਹੀਂ ਆਇਆ ਵੀ ਤੁਹਾਡੇ ਜਿਹੜੇ ਮਿਸਿਸ ਆ ਉਹ ਕਿੱਥੇ ਰੈਸਲਿੰਗ ਕਰਦੇ ਆ, ਕੀ ਕਰਦੇ ਆ, ਕਿੰਨਾ ਖਰਚਾ ਆਉਂਦਾ ਜੀ। ਜੇ ਖਰਚੇ ਦੀ ਗੱਲ ਕਰੀਏ ਤਾਂ ਇੱਕ ਪੁਰਾਣੇ ਪਿੰਡ ਵਿੱਚ ਇੱਕ ਪਹਿਲਵਾਨ ਨੂੰ ਪਾਲਣ ਦੇ ਲਈ ਪੂਰਾ ਇੱਕ ਪਿੰਡ ਸਪੋਰਟ ਕਰਦਾ ਹੁੰਦਾ ਸੀ ਜੀ। ਸਾਰੇ ਪਿੰਡ ਦੇ ਸਪੋਰਟ ਕਰਕੇ ਇੱਕ ਪਹਿਲਵਾਨ ਨੂੰ ਤਿਆਰ ਕਰਦੇ ਸੀ ਜੀ। ਪਰ ਅੱਜ ਕੱਲ੍ਹ ਉਹ ਗੱਲਾਂ ਨਹੀਂ ਰਹਿ ਗਈਆਂ ਜੀ। ਸਾਰਾ ਪਿੰਡ ਜਾਂ ਆਪਣਾ ਮੰਨ ਲਓ ਵੀ ਸਾਰਾ ਸ਼ਹਿਰ ਇੱਕ ਪਹਿਲਵਾਨ ਨੂੰ ਤਿਆਰ ਕਰਨਾ, ਹੁਣ ਤਾਂ ਆਪਣੇ ਆਪਣੇ ਘਰ ਦੇ ਵਿੱਚ ਹੀ ਸਾਰਾ ਸਿਸਟਮ ਮਸਾਂ ਔਖਾ ਹੁੰਦਾ ਜੀ। ਤੇ ਫਿਰ ਵੀ ਘਰ ਵਿੱਚ ਇੱਕ ਪਹਿਲਵਾਨ ਨੂੰ ਤਿਆਰ ਕਰਨਾ ਬੜੀ ਹੀ ਮੁਸ਼ਕਿਲ ਵਾਲੀ ਗੱਲ ਹੈ। ਖਰਚੇ ਦੀ ਗੱਲ ਕਰੀਏ, ਇੱਕ ਪਹਿਲਵਾਨ ਨੂੰ ਤਿਆਰ ਕਰਨ ਲਈ 1 ਮਹੀਨੇ ਦਾ ਘੱਟੋ ਘੱਟ 20 ਤੋਂ 25,000 ਰੁਪਏ ਇੱਕ ਆਮ ਨੋਰਮਲ ਲੱਗ ਜਾਂਦੇ, ਕਿਉਂਕਿ ਲੋਕਡਾਊਨ ਦੇ ਹੋਣ ਕਰਕੇ ਹਰ ਇੱਕ ਚੀਜ਼ ਡਾਈਟ ਬਹੁਤ ਮਹਿੰਗੀ ਹੋ ਗਈ ਹੈ ਜੀ। ਤੇ ਇਸ ਤੋਂ ਇਲਾਵਾ ਵੀ ਸਾਨੂੰ ਕਿਸੇ ਵੀ ਕੋਈ ਪੋਲੀਟੀਕਲਸ ਨੇ, ਕੋਈ ਵੀ ਸਰ, ਕੋਈ ਵੀ ਜਿਵੇਂ ਮੰਨ ਲਓ ਵੀ DC ਸਾਹਿਬ, ਕਿਸੇ ਕੁਛ ਵੀ ਕੋਈ ਸਪੋਰਟ ਨਹੀਂ ਕੀਤੀ। ਉਸ ਤੋਂ ਬਾਅਦ ਰਹੀ ਜੀ ਪ੍ਰੈਕਟਿਸ ਦੀ ਗੱਲ। ਪ੍ਰੈਕਟਿਸ ਦੇ ਵਿੱਚ ਫਿਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਪਹਿਲੀ ਗੱਲ ਤਾਂ ਇਹ ਜੀ ਵੀ ਗਰਲਸ ਨੂੰ ਅਲਾਉਡ ਹੀ ਨਹੀਂ ਕੀਤਾ ਜਾਂਦਾ ਕਿ ਤੁਸੀਂ ਜਾ ਕੇ ਉੱਥੇ ਆਪਣੇ ਡਿਸਟ੍ਰਿਕਟ ਦੇ ਵਿੱਚ ਕੋਈ ਪ੍ਰੈਕਟਿਸ ਕਰੋ।
ਜੇ ਮੰਨ ਲਓ ਵੀ ਅਸੀਂ ਪ੍ਰੈਕਟਿਸ ਕਰਨ ਜਾਂਦੇ ਹਾਂ ਫਿਰ ਵੀ ਉੱਥੇ ਇਸ ਤਰੀਕੇ ਨਾਲ ਵਰਤਾਓ ਕੀਤਾ ਜਾਂਦਾ ਹੈ ਕਿ ਚਲੋ ਇਹਨੂੰ ਪਾਸੇ ਰੱਖੋ, ਇਸ ਨੂੰ ਪਾਸੇ ਪ੍ਰੈਕਟਿਸ ਕਰਵਾਓ, ਇਸ ਨੂੰ ਇਹ ਕਰੋ ਉਹ ਕਰੋ। ਬਾਕੀ ਡਿਸਟ੍ਰਿਕਟ ਵੀ ਹੈਗਾ, ਜਦੋਂ ਆਪਾਂ ਕਾਲਜ ਜਾਂਦੇ ਉੱਥੇ ਵੀ ਕੋ ਐਜੂਕੇਸ਼ਨ ਹੁੰਦੀ ਹੈ ਜੀ, ਠੀਕ ਹੈ ਨਾ। ਸਪੋਰਟਸ 'ਚ ਵੀ ਕੋ ਐਜੂਕੇਸ਼ਨ ਹੁੰਦੀ ਹੈ ਜੀ, ਯਾਨੀ ਕਿ ਸਪੋਰਟਸ ਵੀ ਯਾਨੀ ਕਿ ਕੋਰਸ ਸਿਸਟਮ ਨਾਲ ਚੱਲਦੀ ਹੈ ਜੀ। ਜੇ ਹੁਣ ਅਸੀਂ ਫਿਰੋਜ਼ਪੁਰ ਡਿਸਟ੍ਰਿਕਟ ਛੱਡ ਕੇ ਅਸੀਂ ਹੁਣ ਫਰੀਦਕੋਟ ਜਾਂਦੇ ਹਾਂ ਜੀ, ਇੱਥੋਂ ਕੋਈ 40 ਕਿਲੋਮੀਟਰ ਪੈ ਜਾਂਦਾ ਜੀ। ਡੇਲੀ ਦਾ ਅਸੀਂ ਅਪ ਡਾਊਨ ਕਰਦੇ ਹਾਂ ਜੀ ਬਾਈਕ ਦੇ ਉੱਤੇ ਪ੍ਰੈਕਟਿਸ ਕਰਵਾਉਣ ਲਈ। 3 ਘੰਟੇ ਸਵੇਰੇ 3 ਘੰਟੇ ਸ਼ਾਮ ਨੂੰ ਪ੍ਰੈਕਟਿਸ ਚੱਲਦੀ ਹੈ ਜੀ। ਅਸੀਂ ਸਰਕਾਰ ਅੱਗੇ ਇਹ ਦਰਖਾਸਤ ਕਰਦੇ ਹਾਂ ਜੀ, ਤੁਸੀਂ ਰੈਸਲਿੰਗ ਦੇ ਵਿੱਚ ਪਲੇਅਰਾਂ ਦੇ ਲਈ ਕੋਈ ਨਾ ਕੋਈ ਮਾਨ ਸਨਮਾਨ ਵਾਸਤੇ ਉਸ ਨੂੰ ਕੁਛ ਨਾ ਕੁਛ ਡਾਈਟ ਪਲਾਨ ਜਾਂ ਕੁਛ ਨਾ ਕੁਛ ਉਹਨੂੰ ਮਹੀਨੇ ਦੀ ਕੁਛ ਨਾ ਕੁਛ ਪੈਸੇ ਦਿੱਤੇ ਜਾਣ। ਹੁਣ ਮਨਪ੍ਰੀਤ ਕੌਰ ਸੀਨੀਅਰ ਨੈਸ਼ਨਲ ਦੇ ਵਿੱਚੋਂ ਇਸ ਸਾਲ ਸਿਰਫ 2 ਬੱਚੇ ਸੀ ਜਿਨ੍ਹਾਂ ਨੇ ਸੀਨੀਅਰ ਨੈਸ਼ਨਲ 'ਚੋਂ ਮੈਡਲ ਲੈ ਕੇ ਆਂਦਾ ਜੀ। ਉਹਦੇ ਵਿੱਚ ਇੱਕ ਮਨਪ੍ਰੀਤ ਕੌਰ ਹੈ ਜਿਹਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਬ੍ਰੌਂਜ਼ ਮੈਡਲ ਪ੍ਰਾਪਤ ਕੀਤਾ ਜੀ। ਇਸ ਤੋਂ ਇਲਾਵਾ ਪੰਜਾਬ 'ਚ ਹੋਰ ਕੋਈ ਕੁੜੀ ਨਹੀਂ ਹੈਗੀ ਜਿਸ ਨੇ ਸੀਨੀਅਰ ਨੈਸ਼ਨਲ ਦੇ ਵਿੱਚੋਂ ਕੋਈ ਮੈਡਲ ਪ੍ਰਾਪਤ ਕੀਤਾ ਹੋਵੇ ਜੀ, ਠੀਕ ਹੈ ਜੀ। ਤੇ ਕੋਈ ਸਰਕਾਰ ਨੇ ਸਾਨੂੰ ਕੋਈ ਹੈਲਪ ਨਹੀਂ ਕੀਤੀ, ਕੋਈ ਸਪੋਰਟ ਨਹੀਂ ਕੀਤੀ, ਕੋਈ ਸਾਨੂੰ ਬੈਸਟ ਵਿਸ਼ੇਸ ਨਹੀਂ ਕੀਤੀਆਂ। ਇੱਥੋਂ ਤੱਕ ਕਿ ਕੋਈ ਵੀ ਸਾਡੇ ਘਰ ਆ ਕੇ ਵੀ ਸਾਨੂੰ ਕਿਸੇ ਨੇ ਕਿਹਾ ਬਹੁਤ ਵਧੀਆ, ਯਾਨੀ ਕਿ ਸਾਡੀ ਕਿਸੇ ਵੀ ਸਰਕਾਰ ਨੇ ਕੁਛ ਵੀ ਨਹੀਂ ਸੁਣੀ ਜੀ। ਭਾਵੇਂ ਜਿਹੜੀ ਮਰਜ਼ੀ ਸਰਕਾਰ ਲੈ ਲਓ ਜੀ, ਕੋਈ ਸਾਡੀ ਹੈਲਪ ਨਹੀਂ ਕੀਤੀ ਜਾਂਦੇ ਵਿੱਚ। ਅਸੀਂ ਤਾਂ ਸਰਕਾਰ ਅੱਗੇ ਦਰਖਾਸਤ ਕਰਦੇ ਹਾਂ ਜੀ, ਤੁਸੀਂ ਆਉਣ ਵਾਲੇ ਬੱਚੇ ਨੂੰ ਜੇਕਰ ਭਵਿੱਖ ਸਵਾਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਬੱਚਿਆਂ ਵੱਲ ਥੋੜ੍ਹਾ ਧਿਆਨ ਰੱਖੋ, ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਪਹਿਲਵਾਨੀ ਹੈ ਜਿਹੜੀ ਯਾਨੀ ਕਿ ਨਸ਼ਿਆਂ ਦੇ ਵਿੱਚ ਡੁੱਬਦੀ ਜਾਏਗੀ। ਇਸ ਫੀਲਡ ਦੇ ਵਿੱਚ ਆਉਣ ਦੀ ਬਜਾਏ ਉਹਨਾਂ ਪਤਾ ਲੱਗ ਗਿਆ ਵੀ ਜਿਵੇਂ ਹੁਣ ਸਾਨੂੰ ਕੁਸ਼ਤੀ ਕਰਦੇ ਸਾਨੂੰ ਕੁਛ ਵੀ ਨਹੀਂ ਮਿਲਦਾ ਪਿਆ, ਉਹ ਫਿਰ ਇਸ ਤੋਂ ਇਲਾਵਾ ਕੀ ਕਰਨਗੇ ਜੀ। ਫਿਰ ਬੱਚਾ ਜ਼ਿਆਦਾਤਰ ਯਾਨੀ ਕਿ ਡਿਪਰੈਸ਼ਨ 'ਚ ਚਲੇ ਜਾਂਦਾ। ਬੱਚਾ ਵੀ ਇੰਨੀ ਮਿਹਨਤ ਕਰਨ ਦੇ ਬਾਵਜੂਦ 8-10 ਸਾਲ ਮਿਹਨਤ ਕਰਨ ਦੇ ਬਾਵਜੂਦ ਸੀਨੀਅਰ 'ਚ ਮੈਡਲ ਲੈ ਕੇ ਆਉਣੇ, ਜੂਨੀਅਰ ਏਸ਼ੀਆ 'ਚ ਬਾਹਰ ਟੂਰ ਲਗਾਉਣੇ, ਫਿਰ ਵੀ ਸਰਕਾਰ ਸਾਡੀ ਕੋਈ ਮਦਦ ਨਾ ਕਰੇ, ਫਿਰ ਬੱਚਾ ਡਿਪਰੈਸ਼ਨ 'ਚ ਜਾਂਦੇ। ਕਈ ਬੱਚੇ ਤਾਂ ਇਹੋ ਜਿਹੇ ਵੀ ਹੋ ਗਿਆ ਕਿ ਜਿਨ੍ਹਾਂ ਨੂੰ ਹਜੇ ਤੱਕ ਜੋਬ ਨਹੀਂ ਮਿਲੀ, ਸਾਰੇ ਉਮਰ ਹੋ ਗਈ ਉਹਨਾਂ ਨੂੰ ਪ੍ਰੈਕਟਿਸ ਕਰਦਿਆਂ ਨੂੰ, ਬਾਹਰ ਦੇ ਯਾਨੀ ਕਿ ਇੰਟਰਨੈਸ਼ਨਲ ਖੇਡਦੇ ਨੂੰ, ਉਹ ਬੱਚੇ ਡਿਪਰੈਸ਼ਨ 'ਚ ਆ ਕੇ ਨਸ਼ਿਆਂ ਦੇ ਪਾਸੇ ਲੱਗਣ ਲੱਗ ਪਏ। ਜਦ ਕਿ ਸਰਕਾਰਾਂ ਨੇ ਤਾਂ ਇੰਨਾ ਕਿਹਾ ਕਿ ਅਸੀਂ ਬੱਚਿਆਂ ਨੂੰ ਬੜਾ ਕੁਛ ਦਿੰਦੇ ਹਾਂ, ਪਰ ਹਜੇ ਤੱਕ ਸਾਨੂੰ ਕੁਛ ਵੀ ਨਹੀਂ ਮਿਲਿਆ ਜੀ। ਸਤਿ ਸ਼੍ਰੀ ਅਕਾਲ। ਖਿਡਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਸਟੇਡੀਅਮ ਦੇ ਉੱਤੇ ਤੇ ਵੱਧ ਤੋਂ ਵੱਧ ਖਰਚ ਕਰ ਰਹੀ ਹੈ, ਪਰ ਜੇਕਰ ਖਿਡਾਰੀ ਨਹੀਂ ਹੋਣਗੇ ਤਾਂ ਫਿਰ ਸਟੇਡੀਅਮ ਬਣਾਉਣ ਦਾ ਕੀ ਫਾਇਦਾ ਹੈ। ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ TV NRI।